ਸਤਿ ਸ਼੍ਰੀ ਅਕਾਲ। ਫਟਾਫਟ 100 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਮਨਪ੍ਰੀਤ ਕੌਰ। ਦੇਸ਼ ਦੁਨੀਆ 'ਚ ਅੱਜ ਕੀ ਕੁਝ ਰਿਹਾ ਖਾਸ, ਮਨੋਰੰਜਨ, ਖੇਡ ਜਗਤ ਤੇ ਕਰਾਂਗੇ ਵਪਾਰ ਦੀ ਗੱਲ। ਸੋ ਸਭ ਤੋਂ ਪਹਿਲੇ ਇੱਕ ਨਜ਼ਰ ਸੂਬਾਈ ਖਬਰਾਂ ਤੇ। ਪਠਾਨਕੋਟ ਵਿਖੇ ਬੈਰਾਜ ਸੰਘਰਸ਼ ਕਮੇਟੀ ਦੇ 3 ਮੈਂਬਰ ਆਪਣੀਆਂ ਮੰਗਾਂ ਨੂੰ ਲੈ ਕੇ ਟਾਵਰ ਤੇ ਚੜ੍ਹ ਗਏ। ਕਮੇਟੀ ਦਾ ਦੋਸ਼ ਹੈ ਕਿ ਜਦੋਂ ਸਰਕਾਰ ਡੈਮ ਬਣਾਉਣ ਲਈ ਉਹਨਾਂ ਦੀਆਂ ਜੋ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਸਨ, ਉਸ ਦੀ ਵਿੱਚ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ 27 ਸਾਲ ਬਾਅਦ ਵੀ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਬਾਦਲ ਵੱਲੋਂ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਲੰਬੀ ਹਲਕੇ ਦਾ ਦੌਰਾ ਕੀਤਾ ਗਿਆ। ਉਹਨਾਂ ਖੇਤਾਂ ਵਿੱਚ ਪਾਣੀ ਭਰਨ ਦੇ ਚੱਲਦਿਆਂ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਖਰਾਬ ਹੋਣ ਦਾ ਵੀ ਜਾਇਜ਼ਾ ਲਿਆ। ਕਿਸਾਨਾਂ ਨਾਲ ਮੁਸ਼ਕਲਾਂ ਸੰਬੰਧੀ ਵਿਚਾਰ ਚਰਚਾ ਕਰਨ ਤੋਂ ਬਾਅਦ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ ਹੋਣ ਤੋਂ ਬਾਅਦ ਵੀ ਸਰਕਾਰੀ ਅਧਿਕਾਰੀ ਕਿਸਾਨਾਂ ਦੀ ਸਾਰ ਲੈਣ ਦੇ ਲਈ ਨਹੀਂ ਆਏ। उन्होंने कहा कि सरकार वालों बरसात तो पहला कोई भी तैयारी नहीं की गई सी। उन्होंने मांग की है कि सरकार इस नुकसानी फसल की गिरदावरी करवा के जल्द तो जल्द किसानों को उन्हों दा बढ़दा मुआवजा देवे। ਫਿਰੋਜ਼ਪੁਰ ਦੇ ਵਿੱਚ ਬਣਨ ਵਾਲੇ ਪੀਜੀਆਈ ਦੇ ਬਾਰੇ ਉਹਨਾਂ ਕਿਹਾ ਕਿ ਇਸ ਦਾ ਕੰਮ ਵਿਸਾਖੀ ਮੌਕੇ ਅਗਲੇ ਸਾਲ ਸ਼ੁਰੂ ਕਰ ਦਿੱਤਾ ਜਾਵੇਗਾ। ਤਰਨਤਾਰਨ ਦੇ ਪਿੰਡ ਮੁੰਡਾ ਵਿਖੇ ਚੋਰ ਚੋਰੀ ਕਰਕੇ ਘਰ ਨੂੰ ਅੱਗ ਲਗਾ ਕੇ ਫਰਾਰ ਹੋ ਗਏ। ਇਸ ਤੋਂ ਇਲਾਵਾ 3 ਤੋਲੇ ਸੋਨਾ ਤੇ ਨਕਦੀ ਵੀ ਲੈ ਗਏ। ਦੱਸੀਏ ਕਿ ਇਸ ਘਰ ਦੇ ਵਿੱਚ 18 ਸਤੰਬਰ ਨੂੰ ਮੁੰਡੇ ਦਾ ਵਿਆਹ ਹੈ, ਜਿਸ ਕਾਰਨ ਘਰ ਵਾਲੇ ਸਮਾਨ ਲੈਣ ਦੇ ਲਈ ਤਰਨਤਾਰਨ ਗਏ ਹੋਏ ਸਨ ਅਤੇ ਪਿੱਛੋਂ ਇਹ ਘਟਨਾ ਵਾਪਰ ਗਈ। ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਤਾ ਗੱਦੀ ਦਿਵਸ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈਆਂ ਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਸੰਗਤਾਂ ਨੇ ਪਵਿੱਤਰ ਸਰੋਵਰ 'ਚ ਇਸ਼ਨਾਨ ਵੀ ਕੀਤਾ। ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਭਾਈ ਲਾਣਾ ਸੀ ਅਤੇ ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਗਿਆਨ ਭਾਵਨਾ ਨੂੰ ਵੇਖਦੇ ਹੋਏ ਉਹਨਾਂ ਨੂੰ 7 ਸਤੰਬਰ 1539 ਦੇ ਵਿੱਚ ਗੁਰਤਾ ਗੱਦੀ ਸੌਂਪੀ ਸੀ। ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਸੂਬਾ ਸਰਕਾਰ ਤੇ ਨਿਸ਼ਾਨੇ ਸਾਧੇ ਨੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਜਿਹੜੇ 3 ਕਿਸਾਨ ਆਰਡੀਨੈਂਸਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨ ਭਾਈਚਾਰੇ ਨੂੰ ਭਰਮ ਭੁਲੇਖਿਆਂ ਵਿੱਚ ਪਾ ਕੇ ਗੁੰਮਰਾਹ ਕਰ ਰਹੇ ਨੇ। ਉਹਨਾਂ ਕਿਹਾ ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਆਪਣੇ ਅਤੇ ਕੇਂਦਰ ਦੇ ਆਰਡੀਨੈਂਸ ਦੇ ਵਿੱਚ ਫਰਕ ਦਾ ਵੇਰਵਾ ਸਪਸ਼ਟ ਕਰਨ ਜਾਂ ਫਿਰ ਬੀਜ ਘੁਟਾਲਾ, ਸ਼ਰਾਬ ਕਾਂਡ ਅਤੇ ਵਜੀਫਾ ਘੁਟਾਲੇ ਤੇ ਪਰਦਾ ਪਾਉਣ ਦੇ ਲਈ ਕਿਸਾਨਾਂ ਦੀਆਂ ਭਾਵਨਾਵਾਂ ਤੇ ਸਿਆਸਤ ਖੇਡਣਾ ਬੰਦ ਕਰ ਦੇਣ। ਧੂਰੀ ਵਿੱਚ ਡੀਐਸਪੀ ਜੇਲ੍ਹ ਨਾਲ 79,000 ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ। ਦਰਅਸਲ ਹਰਿਆਣਾ ਦੇ 2 ਵਿਅਕਤੀਆਂ ਨੇ ਏਟੀਐਮ ਦਾ ਕਲੋਨ ਤਿਆਰ ਕਰਕੇ ਡੀਐਸਪੀ ਨਾਲ ਠੱਗੀ ਕੀਤੀ ਹੈ। ਪੁਲਿਸ ਨੇ 2 ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਪਰਮਜੀਤ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ। ਖੰਨਾ 'ਚ ਮੁਲਜ਼ਮ ਸਾਬਕਾ ਐਸਐਚਓ ਦੀ ਗੁਰਸਿੱਖ ਪਿਓ ਪੁੱਤਰ ਤੇ ਤਸ਼ੱਦਦ ਢਾਉਣ ਦੇ ਮਾਮਲੇ ਸੰਬੰਧੀ ਅੱਜ ਮੁੜ ਅਦਾਲਤ 'ਚ ਪੇਸ਼ੀ ਹੋਈ ਤੇ ਅਦਾਲਤ ਵੱਲੋਂ ਮੁਲਜ਼ਮ ਨੂੰ ਮੁੜ 1 ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਹੈ। ਦੱਸੀ ਕਿ ਇਸ ਤੋਂ ਪਹਿਲਾਂ ਅਦਾਲਤ ਨੇ ਮੁਲਜ਼ਮ ਨੂੰ 1 ਦਿਨ ਪੁਲਿਸ ਰਿਮਾਂਡ ਤੇ ਭੇਜਿਆ ਸੀ। ਕਾਬਲੇ-ਗੌਰ ਹੈ ਕਿ ਥਾਣੇ ਦੇ ਵਿੱਚ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਸੀ। ਅੰਮ੍ਰਿਤਸਰ ਵਿਖੇ ਹੋਮਗਾਰਡ ਦੇ ਜਵਾਨ ਦੀ ਐਕਸੀਡੈਂਟ 'ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਸ਼ਾਮ ਲਾਲ ਦੇ ਤੌਰ ਤੇ ਹੋਈ ਹੈ ਤੇ ਅੰਮ੍ਰਿਤਸਰ ਦੇ ਥਾਣਾ ਚਾਟੀ ਪਿੰਡ ਵਿੱਚ ਪਿਛਲੇ 6 ਮਹੀਨਿਆਂ ਤੋਂ ਤੈਨਾਤ ਸੀ। ਜਾਣਕਾਰੀ ਮੁਤਾਬਕ ਸ਼ਾਮ ਲਾਲ ਡਿਊਟੀ ਪੂਰੀ ਕਰਕੇ ਘਰ ਜਾ ਰਿਹਾ ਸੀ ਕਿ ਰਾਸਤੇ ਦੇ ਵਿੱਚ ਹਾਦਸਾ ਵਾਪਰ ਗਿਆ। ਪੁਲਿਸ ਮੁਤਾਬਕ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਹਾਦਸਾ ਕਿਸ ਤਰ੍ਹਾਂ ਹੋਇਆ। ਫਿਲਹਾਲ ਪੁਲਿਸ ਨੂੰ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਭਦੌੜ ਦੇ ਵਿੱਚ 3 ਘਰਾਂ ਤੇ ਅਸਮਾਨੀ ਬਿਜਲੀ ਡਿੱਗਣ ਕਰਕੇ ਲੋਕਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ, ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ। ਭਿੱਖੀਵਿੰਡ ਦੇ ਪਿੰਡ ਡੱਲ ਵਿਖੇ ਪਾਕ ਤੋਂ ਭਾਰਤ ਅੰਦਰ ਦਾਖਲ ਹੋਣ ਵਾਲੇ 5 ਘੁਸਪੈਠੀਆਂ ਨੂੰ ਬੀਐਸਐਫ ਨੇ ਢੇਰ ਕਰਦੇ ਹੋਏ ਵੱਡੀ ਗਿਣਤੀ 'ਚ ਅਸਲਾ, ਹੈਰੋਇਨ ਤੇ ਮੋਬਾਈਲ ਫੋਨ ਬਰਾਮਦ ਕੀਤੇ ਸਨ। ਉੱਥੇ ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪੁਲਿਸ ਜਾਂਚ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਹਨਾਂ ਮੁਲਜ਼ਮਾਂ ਦੇ ਪਾਕਿਸਤਾਨੀ ਘੁਸਪੈਠੀਆਂ ਨਾਲ ਸਬੰਧ ਸਨ। ਇਨ੍ਹਾਂ 4 ਨੇ ਕਈ ਵਾਰ ਪਾਕ ਤਸਕਰਾਂ ਕੋਲੋਂ ਅਸਲਾ ਅਤੇ ਨਸ਼ੇ ਦੀ ਖੇਪ ਵੀ ਮੰਗਵਾਈ ਸੀ। ਡੀਐਸਪੀ ਰਾਜਵੀਰ ਸਿੰਘ ਦੇ ਵੱਲੋਂ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ 4 ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਉਧਰ ਫਤਿਹਗੜ੍ਹ ਸਾਹਿਬ ਪਹੁੰਚੇ ਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਵਿੱਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹ ਇੱਥੇ ਇੱਕ ਸਮਾਗਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਸਨ। ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇੱਕ ਆਜ਼ਾਦ ਸੰਸਥਾ ਹੈ ਜਿਹੜੀ ਕਿ ਗਲਤੀ ਕਰਨ ਤੇ ਆਪਣੇ ਕਰਮਚਾਰੀਆਂ ਨੂੰ ਸਜ਼ਾ ਵੀ ਦੇ ਸਕਦੀ ਹੈ।
इस सूची ਵਿੱਚ ਭਾਈ ਰੂਪ ਸਿੰਘ ਦਾ ਨਾਮ ਵੀ ਸ਼ਾਮਲ ਹੈ। ਉਹਨਾਂ ਕਿਹਾ ਕਿ ਮਾਮਲੇ ਤੇ ਕੋਈ ਵੀ ਸਿਆਸਤ ਨਹੀਂ ਕਰਨੀ ਚਾਹੀਦੀ ਹੈ। ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਮਾਮਲੇ ਨੂੰ ਲੈ ਕੇ ਕੇਂਦਰ ਦੇ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ, ਜਿਸ ਤਹਿਤ ਕੇਂਦਰ ਦੀ ਟੀਮ ਦੇ ਵੱਲੋਂ ਪੰਜਾਬ ਤੇ ਚੰਡੀਗੜ੍ਹ ਦਾ ਦੌਰਾ ਕੀਤਾ ਜਾਵੇਗਾ। 10 ਦਿਨਾਂ ਲਈ ਕੇਂਦਰ ਦੀ ਟੀਮ ਰਹੇਗੀ, ਕੋਰੋਨਾ ਸੰਕਟ ਦੇ ਪੰਜਾਬ ਨਾਲ ਮਿਲ ਕੇ ਕੰਮ ਕਰੇਗੀ। ਕੋਰੋਨਾ ਪੋਜ਼ਿਟਿਵ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਲਈ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਦੇ ਵੱਲੋਂ ਵਿਸ਼ੇਸ਼ ਪਹਿਲ ਕੀਤੀ ਗਈ ਹੈ। ਸੀਨੀਅਰ ਅਧਿਕਾਰੀਆਂ ਵੱਲੋਂ ਫੋਨ ਤੇ 500 ਤੋਂ ਵੱਧ ਕੋਰੋਨਾ ਪੋਜ਼ਿਟਿਵ ਮੁਲਾਜ਼ਮਾਂ ਦਾ ਹਾਲ ਜਾਣਿਆ ਗਿਆ ਹੈ ਤੇ ਮੁਲਾਜ਼ਮਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ। ਜ਼ੇਰੇ ਇਲਾਜ ਮੁਲਾਜ਼ਮਾਂ ਨੇ ਵਿਭਾਗੀ ਸਹਾਇਤਾ ਤੇ ਸੰਤੁਸ਼ਟੀ ਪ੍ਰਗਟਾਈ ਹੈ। ਮਲੇਰਕੋਟਲਾ ਦੇ ਵਿੱਚ ਸਰਕਾਰੀ ਹਦਾਇਤਾਂ ਅਨੁਸਾਰ ਲੋਕਾਂ ਨੂੰ ਕੋਰੋਨਾ ਸੰਬੰਧੀ ਜਾਣਕਾਰੀ ਦੇਣ ਅਤੇ ਕੋਰੋਨਾ ਟੈਸਟ ਕਰਵਾਉਣ ਦੇ ਲਈ ਪ੍ਰੇਰਿਤ ਕਰਨ ਦੇ ਲਈ ਗਈ ਆਸ਼ਾ ਵਰਕਰ ਕੁਲਵੰਤ ਕੌਰ ਦਾ ਪਿੰਡ ਦੀਆਂ ਔਰਤਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ। ਜ਼ਖਮੀ ਹਾਲਤ 'ਚ ਆਸ਼ਾ ਵਰਕਰ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਆਸ਼ਾ ਵਰਕਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇ ਇਸੇ ਤਰ੍ਹਾਂ ਕੁੱਟਮਾਰ ਹੁੰਦੀ ਰਹੀ ਤਾਂ ਕੋਈ ਵੀ ਮੁਲਾਜ਼ਮ ਕੰਮ ਤੇ ਨਹੀਂ ਜਾ ਸਕੇਗਾ। ਉਧਰ ਮੁਲਾਜ਼ਮ ਜਥੇਬੰਦੀ ਦੀ ਪ੍ਰਧਾਨ ਨੇ ਆਸ਼ਾ ਵਰਕਰ ਤੇ ਹਾਲਚਾਲ ਜਾਣੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੇ ਜਾਣ ਦੀ ਅਪੀਲ ਕੀਤੀ। ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਹੈਲਥ ਵਰਕਰ ਰਾਮ ਸਿੰਘ ਦੇ ਪਰਿਵਾਰ ਨੂੰ 50 ਲੱਖ ਦੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਦੱਸਦੀ ਹੈ ਕਿ ਹੈਲਥ ਵਰਕਰ ਰਾਮ ਸਿੰਘ ਦੀ ਡਿਊਟੀ ਦੌਰਾਨ ਬਰਨਾਲਾ ਦੇ ਪਿੰਡ ਉਗੇਕੇ ਵਿੱਚ ਮੌਤ ਹੋ ਗਈ ਸੀ। ਕੈਬਨਿਟ ਮੰਤਰੀ ਸੁਖ ਸਰਕਾਰੀਆ ਦਸੂਹਾ ਦੇ ਪਿੰਡ ਦਾਤਾਰਪੁਰ ਪਹੁੰਚੇ, ਜਿੱਥੇ ਕਿ ਉਹਨਾਂ ਦੇ ਦਾਤਾਰਪੁਰ ਦੇ ਵਿੱਚ ਟੁੱਟੀ ਨਹਿਰ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ। ਇਸ ਤੋਂ ਇਲਾਵਾ ਉਹਨਾਂ ਨੇ ਨਿਰਮਾਣ ਕਾਰਜ ਦਾ ਜਾਇਜ਼ਾ ਵੀ ਲਿਆ। ਇਸ ਦੌਰਾਨ ਵਿਧਾਇਕ ਅਰੁਣਾ ਡੋਗਰਾ ਤੇ ਇੰਦੂਬਾਲਾ ਵੀ ਮੌਜੂਦ ਰਹੇ। ਮਾਰਕਫੈਡ ਦੇ ਵਿੱਚ ਕਰੀਬ 70 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਹੋਇਆ। 2 ਅਧਿਕਾਰੀਆਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਪੂਰੇ ਮਾਮਲੇ ਬਾਰੇ ਪੁਲਿਸ ਨੂੰ ਜਾਣਕਾਰੀ ਮਾਰਕਫੈਡ ਵੱਲੋਂ ਹੀ ਦਿੱਤੀ ਗਈ ਸੀ, ਜਿਸ ਵਿੱਚ ਉੱਚ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਗਈ ਹੈ। ਜਾਂਚ ਦੇ ਵਿੱਚ ਪਾਇਆ ਗਿਆ ਕਿ ਕਿਲਾ ਰਾਏਪੁਰ ਬ੍ਰਾਂਚ ਦੇ ਵਿੱਚ ਤੈਨਾਤ ਖੇਤਰੀ ਅਧਿਕਾਰੀ ਅਵਤਾਰ ਸਿੰਘ ਅਤੇ ਅਕਾਊਂਟੈਂਟ ਸੰਜੀਵ ਕੁਮਾਰ ਦੇ ਵੱਲੋਂ ਪੈਸਿਆਂ ਦੀ ਅਦਾਇਗੀ ਸੰਬੰਧੀ ਦਸਤਾਵੇਜ਼ਾਂ ਦੇ ਵਿੱਚ ਘਪਲਾ ਕੀਤਾ ਗਿਆ, ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਅਧਿਕਾਰੀ ਜਗਦੇਵ ਸਿੰਘ ਧਾਲੀਵਾਲ ਵੱਲੋਂ 420 ਸਣੇ ਹੋਰ ਕਈ ਧਾਰਾਵਾਂ ਤਹਿਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਦੋਨੋਂ ਮੁਲਜ਼ਮ ਫਰਾਰ ਚੱਲ ਰਹੇ ਨੇ, ਜਿਨ੍ਹਾਂ ਤੇ ਧਰਪਕੜ ਦੇ ਲਈ ਪੁਲਿਸ ਦੇ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੀ ਨਸ਼ਿਆਂ ਦੇ ਖਿਲਾਫ ਮੁਹਿੰਮ ਲਗਾਤਾਰ ਜਾਰੀ ਹੈ। ਇਸ ਦੇ ਤਹਿਤ ਨਾਭਾ ਪੁਲਿਸ ਨੇ 2 ਭਰਾਵਾਂ ਤੋਂ ਭਾਰੀ ਮਾਤਰਾ ਵਿੱਚ ਚੂਰਾ ਪੋਸਟ ਬਰਾਮਦ ਕੀਤਾ ਹੈ। ਦੋਵੇਂ ਭਰਾ ਸਕੋਡਾ ਗੱਡੀ ਦੇ ਵਿੱਚ ਇਹ ਨਸ਼ਾ ਲੈ ਕੇ ਜਾ ਰਹੇ ਸਨ, ਜਿਸ ਨੂੰ ਪੁਲਿਸ ਵੱਲੋਂ ਜ਼ਬਤ ਕਰ ਲਿਆ ਗਿਆ ਹੈ। ਇਹ ਗੱਡੀ ਹਰਿਆਣਾ ਨੰਬਰ ਦੀ ਦੱਸੀ ਜਾ ਰਹੀ ਹੈ। ਦੋਵੇਂ ਰਿਸ਼ਤੇਦਾਰੀ ਵਿੱਚ ਭਰਾ ਲੱਗਦੇ ਨੇ। ਇੱਕ ਪਟਿਆਲਾ ਤੇ ਦੂਜਾ ਸੰਗਰੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਮੰਨਣਾ ਹੈ ਕਿ ਕੋਰਟ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ, ਜਿਸ ਵਿੱਚ ਕੁਝ ਵੱਡੇ ਖੁਲਾਸੇ ਹੋ ਸਕਦੇ ਨੇ। ਬੀਤੀ 18 ਅਗਸਤ ਨੂੰ ਗਿੱਦੜਬਾਹਾ ਵਿਖੇ ਲక్ష్ਮੀ ਭਾਰਤ ਏਜੰਸੀ ਦੇ ਦਫ਼ਤਰ ਵਿਖੇ 2 ਅਣਪਛਾਤੇ ਲੁਟੇਰਿਆਂ ਦੇ ਵੱਲੋਂ ਪਿਸਤੌਲ ਦੀ ਨੋਕ ਤੇ 64,000 ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਗਿੱਦੜਬਾਹਾ ਪੁਲਿਸ ਵੱਲੋਂ ਇਸ ਮਾਮਲੇ ਦੀ ਕਾਰਵਾਈ ਕਰਦੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਮੁਲਜ਼ਮਾਂ ਨੂੰ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ, ਪਿਸਤੌਲ ਤੇ 10,000 ਰੁਪਏ ਨਕਦੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਲੁਧਿਆਣਾ ਦੇ ਮਹਾਰਾਜਾ ਰਣਜੀਤ ਸਿੰਘ ਵਾਰ ਮੈਮੋਰੀਅਲ ਦੇ ਵਿੱਚ ਸਿੱਖ ਰੈਜੀਮੈਂਟ ਦੀ ਬੈਟਲ ਆਨਰ ਡੇ ਮਨਾਇਆ ਗਿਆ, ਜਿਸ ਦੇ ਵਿੱਚ ਮੁੱਖ ਮੰਤਰੀ ਕੈਪਟਨ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ TS ਸ਼ੇਰਗਿਲ ਨੇ ਕੈਪਟਨ ਦੇ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਪੁਲਿਸ ਲੰਚੇਜ਼ੀਅਨ ਅਤੇ ਹੋਰ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਸਿੱਖ ਰੈਜੀਮੈਂਟ ਦੇ ਅਧਿਕਾਰੀ ਅਤੇ ਤਿੰਨੋਂ ਸੈਨਾਵਾਂ ਦੇ ਰਿਟਾਇਰਡ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਲੈਫਟੀਨੈਂਟ ਜਨਰਲ TS ਸ਼ੇਰਗਿਲ ਨੇ ਕਿਹਾ ਹੈ ਕਿ ਸਿੱਖ ਰੈਜੀਮੈਂਟ ਨੇ ਦੇਸ਼ ਦੀ ਆਜ਼ਾਦੀ ਅਤੇ ਸੁਰੱਖਿਆ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ। ਤੇ ਹੁਣ ਇੱਕ ਨਜ਼ਰ ਰਾਸ਼ਟਰੀ ਖਬਰਾਂ ਤੇ। ਅਫਗਾਨਿਸਤਾਨ ਤੋਂ ਭਾਰਤ ਪਰਤੇ ਸਿੱਖ ਭਾਈਚਾਰੇ ਦੇ ਕਰੀਬ 200 ਪਰਿਵਾਰਾਂ ਲਈ ਦਿੱਲੀ ਦੇ ਗੁਰਦੁਆਰਾ ਸਾਹਿਬ ਸਹਾਰਾ ਬਣੇ ਹੋਏ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਵਿੱਚ ਉਹਨਾਂ ਦੇ ਠਹਿਰਨ ਦੀ ਵਿਵਸਥਾ ਕੀਤੀ ਗਈ ਹੈ। ਇਸ ਬਾਬਤ ਗੱਲਬਾਤ ਕਰਦਿਆਂ ਹੋਇਆਂ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਰੀਬ 200 ਸਿੱਖ ਪਰਿਵਾਰ ਗੁਰਦੁਆਰਿਆਂ ਦੇ ਵਿੱਚ ਠਹਿਰੇ ਹਨ ਅਤੇ ਉਹਨਾਂ ਦੇ ਆਵਾਸ ਦੀ ਵਿਵਸਥਾ ਉਦੋਂ ਤੱਕ ਕੀਤੀ ਜਾਵੇਗੀ ਜਦੋਂ ਤੱਕ ਉਹਨਾਂ ਨੂੰ ਸਥਾਈ ਨਾਗਰਿਕਤਾ ਨਹੀਂ ਮਿਲ ਜਾਂਦੀ।
उन्होंने अगे किया है कि सिख परिवारों के लिए प्रबंधक कमेटी सारा खर्चा करेगी। उन्होंने इन्हां परिवारों लिए वीज़ा सहूलत लिए केंद्र सरकार खास करके गृह मंत्री अमित शाह का धन्यवाद किया है। हरियाणा के उप मुख्यमंत्री दुष्यंत चौटाला ने कहा है कि हर घर साफ पानी पहुंचाया जाएगा। प्रदेश के विच पंचायतों को होर वधेरे मजबूत बनाया जाएगा तां जो हर घर के विच पीणयोग पानी पहुंच सके। इसलिए पिंडां 'च स्थित जल घरां नूं विकसित करके जन सेहत और इंजीनियर महकमे तो काम पंचायतों को सौंपया जाएगा। मुख्यमंत्री दुष्यंत चौटाला ने पंचायत और जन सेहत इंजीनियर महकमे के अधिकारियों नाल बैठक की प्रधानगी करन तो बाद यह जानकारी दी है। सुरक्षा दस्तियां ने उत्तरी कश्मीर के विच सपोर कुपवाड़ा मार्ग से रखी गए शक्तिशाली विस्फोटक का समा रहंदे पता लगा के उसनूं नकारा कर दिता, जिस नाल वड्डा हादसा होणों टल गया। अधिकारी ते सूत्रों ने दस्सिया कि सवेर के समय सुरक्षा दस्ता के गश्ती दल ने अमरपोरा दरगू मुला नेड़े कुछ शक्की वस्तुआं देखियां। सुरक्षा दस्तिया ने तुरंत इस रुझे मार्ग के दोहां पासियां वजाई रोक दी ते इलाके की घेराबंदी की ते उत्थे दे लोकां नूं सुरक्षित स्थान ते जाण लई कहा गया। सूचना मिलन तो बाद मौके पर पहुंचे बंब नकारा दस्ते ने बिना किसी नुकसान के विस्फोटक नूं नकारा कर दिता है। तेलंगाना के हैदराबाद च बन रही नवी सकत्तरेत कंपलैक्स च मुख्यमंत्री के चंद्रशेखर राव की सरकार मंदिर मस्जिद चर्च का निर्माण करवाएगी। गंगा जमुनी तहजीब के प्रतीक के रूप में सकत्तरेत च मंदिर मस्जिद चर्च का नींह पत्थर खुद मुख्यमंत्री रखणगे। मुख्यमंत्री चंद्रशेखर ने कहा है कि विधानसभा सैशन के आखिरी दिन सदन की कार्रवाई पूरी होने तो बाद इन्हां सारे धार्मिक स्थानों का नींह पत्थर रखा जाएगा। हुण नज़र पा लैंदे आ अंतरराष्ट्रीय खबरां ते। पाकिस्तान की आम जनता नूं लुट के अरबां की दौलत बनाने वाले मिलिटरी अधिकारियों की पोल एक एक करके हुण खुलती जा रही है। पाकिस्तानी प्रधानमंत्री इमरान खान के विशेष सहायक असीम बाजवा के बाद हुण साबका फौज मुखी और राष्ट्रपति रहे परवेज मुशर्रफ के बारे बड़ा खुलासा होया। पाकिस्तान के दिलेर पत्रकार अहमद नूरानी ने खुलासा किया है कि जनरल परवेज मुशर्रफ नूं रिटायरमेंट के 2 करोड़ रुपए मिले सन, पर उन्होंने लंदन और संयुक्त अरब अमीरात विच 20 करोड़ रुपए के फ्लैट खरीदे ने। अमरीकी राष्ट्रपति डोनाल्ड ट्रंप की अक्तूबर के अंत तक कोरोना टीका मुहैया करवाने की गल बिल्कुल गलत है, यह दावा किया है मैडिकल जर्नल की लांसेट चीफ एडिटर रिचर्ड हार्टन ने। उन्होंने CNN नाल इंटरव्यू च कहा कि अक्तूबर के अंत तक जनतक वरतों लई कोई टीका मुहैया नहीं हो सकेगा। उन्होंने कहा कि जेकर असीं एक भी गलती करते हाँ तो टीके नूं बहुत जल्दी लाइसेंस दे देंदे हाँ तो जरा सोचो कि सानूं किन्नियां मुश्किलों का सामना करना पवेगा। अमरीका विच एक गैर गोरे व्यक्ति डैनियल परूड की हत्या के विरोध विच लगातार प्रदर्शन हो रहे हैं। शनिवार नूं भी न्यूयॉर्क और पोर्टलैंड के विच प्रदर्शन किया गया। उत्थे इस मामले की जांच लई न्यूयॉर्क के अटार्नी जनरल एक ग्रैंड बेंच का गठन करन जा रही है। न्यूयॉर्क के मार्च महीने मुकाबले दौरान पुलिस अधिकारियों ने कथित तौर पर परूड के चेहरे नूं ढक दिता सी ते उस नाल अनमनुखी व्यवहार किया सी। सोशल मीडिया ते आए दिन कुछ ना कुछ अजीबो गरीब चीज़ां सामने आउंदियां रहिंदियां ने। अजिहा ही कुछ फेसबुक ते भी देखने को मिले। दुनिया भर के फेसबुक यूजर्स तो मिली रिपोर्ट मुताबिक लोपेज नां दी इह जनानी फेसबुक ते कई लोगों की फ्रेंड लिस्ट में अपने आप जुड़ गई है ते हैरानी की गल यह है कि इसनूं अनफ्रेंड नहीं किया जा सकता। इस तो पहला हफ्ते के विच मार्क जकरबर्ग की मलकीयत वाले प्लेटफॉर्म फेसबुक यूजर्स की एक अजीबो गरीब घटना नोटिस की थी। व्यापार जगत च किहड़े उतार चढ़ाव, किसनूं होया फायदा, किसनूं होया नुकसान, जाणांगे बिजनेस न्यूज़ दे विच। भारतीय रिजर्व बैंक के साबका गवर्नर रघुराम राजन ने चालू वित्ती साल की पहली तिमाही च भारत की GDP च 23.9% की गिरावट नूं चिंताजनक करार दिता है। साबका RBI गवर्नर रघुराम राजन ने कहा है कि नौकरीशाही नूं हुण आत्म संतोख तो बाहर आके कुछ अर्थपूर्वक कार्रवाई करनी होगी। राजन ने कहा है कि बदकिस्मती नाल शुरुआत के विच जो गतिविधियां एकदम तेजी नाल वधिया सन हुण ओह फिर तो ठंडियां पै गईयां। डॉलर महंगा होने नाल जिथे विदेश की यात्रा महंगी पैंदी उत्थे दरामद के लिए भी जेब ढिली होंदी है। खासकर पेट्रोल डीजल दी कीमतां ने लोकां नूं कीमत वध चुकाउणी पैंदी है। भारतीय करंसी च 21 पैसे की गिरावट दर्ज हुई है।
ਇਸ ਨਾਲ ਡਾਲਰ ਦੀ ਕੀਮਤ 73 ਰੁਪਏ 35 ਪੈਸੇ ਦੇ ਪੱਧਰ ਤੇ ਪਹੁੰਚ ਗਈ ਹੈ। ਇਸ ਤੋਂ ਪਿਛਲੇ ਕਾਰੋਬਾਰੀ ਦਿਨਾਂ ਦੇ ਵਿੱਚ ਭਾਰਤੀ ਕਰੰਸੀ 33 ਪੈਸੇ ਦੀ ਬੜ੍ਹਤ ਨਾਲ 73 ਰੁਪਏ 14 ਪੈਸੇ ਦੀ ਪ੍ਰਤੀ ਡਾਲਰ ਬੰਦ ਹੋਈ ਸੀ। ਦੇਸ਼ 'ਚ ਇਲੈਕਟ੍ਰਿਕ ਮੋਬਿਲਿਟੀ ਨੂੰ बढ़ावा ਦੇਣ ਦੇ ਲਈ ਸਰਕਾਰ 69,000 ਤੋਂ ਜ਼ਿਆਦਾ ਪੈਟਰੋਲ ਪੰਪਾਂ ਤੇ ਇਲੈਕਟ੍ਰਿਕ ਵਹੀਕਲ ਚਾਰਜਿੰਗ ਕਿਓਸਕ ਲਾਉਣ ਤੇ ਵਿਚਾਰ ਕਰ ਰਹੀ ਹੈ। ਇਸ ਤੋਂ ਇਲਾਵਾ ਸਰਕਾਰੀ ਤੇਲ ਕੰਪਨੀ ਔਰ ਕੰਪਨੀ ਆਪਰੇਟਡ ਪੈਟਰੋਲ ਪੰਪਾਂ ਤੇ ਈਵੀ ਚਾਰਜਿੰਗ ਕਿਓਸਕ ਨੂੰ ਜ਼ਰੂਰੀ ਰੂਪ ਨਾਲ ਲਗਾਉਣ ਤੇ ਵਿਚਾਰ ਕਰ ਰਹੀ ਹੈ। हाल ही ईवी चार्जिंग इंफ्रास्ट्रक्चर ਨੂੰ ਲੈ ਕੇ ਇੱਕ ਸਮੀਖਿਆ ਬੈਠਕ ਹੋਈ। ਇਸ ਬੈਠਕ 'ਚ ਬਿਜਲੀ ਮੰਤਰੀ ਆਰ.ਕੇ. ਸਿੰਘ ਨੇ ਤੇਲ ਮੰਤਰਾਲਾ ਦੇ ਉੱਚ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਹੈ ਕਿ ਸੀਓ ਪੈਟਰੋਲ ਪੰਪਾਂ ਤੇ ਚਾਰਜਿੰਗ ਕਿਓਸਕ ਲਾਉਣ ਲਈ ਆਦੇਸ਼ ਜਾਰੀ ਕੀਤਾ ਜਾ ਸਕਦਾ ਹੈ। ਦੇਸ਼ ਦੇ ਵਿੱਚ 3 ਸਾਲ ਪਹਿਲਾਂ ਟੈਲੀਕਾਮ ਸੈਕਟਰ ਦੇ ਵਿੱਚ ਸਭ ਤੋਂ ਵੱਡੇ ਰਲੇਵੇਂ ਤੋਂ ਬਾਅਦ ਵੋਡਾਫੋਨ ਆਈਡੀਆ ਨੇ ਆਪਣੇ ਨਾਮਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਵੱਡਾ ਐਲਾਨ ਕੀਤਾ ਹੈ ਕਿ ਹੁਣ ਵੋਡਾਫੋਨ ਆਈਡੀਆ ਆਈਵੀ ਬ੍ਰਾਂਡ ਦੇ ਨਾਮ ਨਾਲ ਜਾਣਿਆ ਜਾਵੇਗਾ। ਦੱਸ ਦਈਏ ਕਿ ਬ੍ਰਿਟਿਸ਼ ਕੰਪਨੀ ਵੋਡਾਫੋਨ ਤੇ ਆਦਿਤਿਆ ਬਿਰਲਾ ਗਰੁੱਪ ਆਫ ਇੰਡੀਆ ਦੇ ਵੋਡਾਫੋਨ ਆਈਡੀਆ ਦੀ ਮਲਕੀਅਤ ਹੈ ਤੇ 3 ਸਾਲ ਪਹਿਲਾਂ ਦੋਵੇਂ ਕੰਪਨੀਆਂ ਇਕੱਠੀਆਂ ਹੋ ਗਈਆਂ ਸਨ। ਰਿਲਾਇੰਸ ਜੀਓ ਦੇ ਆਉਣ ਤੋਂ ਬਾਅਦ ਦੂਰਸੰਚਾਰ ਖੇਤਰ ਦੇ ਵਿੱਚ ਵਧ ਰਹੇ ਮੁਕਾਬਲਿਆਂ ਦੇ ਕਰਕੇ ਇਹਨਾਂ ਦੋਹਾਂ ਨੇ ਹੱਥ ਮਿਲਾਇਆ ਸੀ ਅਤੇ ਕੰਪਨੀ ਦੇ ਸੀਈਓ ਨੇ ਕਿਹਾ ਹੈ ਕਿ ਟ੍ਰੈਫਿਕ ਵਧਾਉਣ ਦੀ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਹੈ। ਤੇ ਹੁਣ ਇੱਕ ਨਜ਼ਰ ਬਾਲੀਵੁੱਡ ਗੱਪਸ਼ਪ ਤੇ ਵੱਲ। ਸੁਸ਼ਾਂਤ ਰਾਜਪੂਤ ਖੁਦਕੁਸ਼ੀ ਕੇਸ ਵਿੱਚ ਹੁਣ ਐਨਸੀਬੀ ਨੇ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਰਿਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਸਮੇਤ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਸੁਸ਼ਾਂਤ ਦਾ ਕੁੱਕਰ ਦੀਪੇਸ਼ ਸਾਵੰਤ ਵੀ ਇਸ ਸਮੇਂ ਐਨਸੀਬੀ ਦੀ ਕਸਟਡੀ ਵਿੱਚ ਹੈ। ਹਾਲ ਹੀ ਦੇ ਵਿੱਚ ਦੀਪੇਸ਼ ਨੇ ਸੁਸ਼ਾਂਤ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ। ਪੁੱਛਗਿੱਛ ਦੌਰਾਨ ਦੀਪੇਸ਼ ਨੇ ਐਨਸੀਬੀ ਨੂੰ ਦੱਸਿਆ ਹੈ ਕਿ ਉਸਨੇ ਸੁਸ਼ਾਂਤ ਰਾਜਪੂਤ ਨੂੰ 2018 ਦੇ ਵਿੱਚ ਗਾਂਜਾ ਪੀਂਦੇ ਦੇਖਿਆ ਸੀ। ਸਾਵੰਤ ਮੁਤਾਬਿਕ ਉਹ ਕਦੇ ਖੁਦ ਸੁਸ਼ਾਂਤ ਲਈ ਗਾਂਜਾ ਖਰੀਦ ਕੇ ਨਹੀਂ ਲੈ ਕੇ ਆਇਆ, ਪਰ ਅਦਾਕਾਰ ਦੇ ਸਟਾਫ ਦਾ ਹੀ ਇੱਕ ਸ਼ਖਸ ਨਸ਼ੇ ਦਾ ਸਮਾਨ ਲਿਆਂਦਾ ਸੀ। ਦੀਪੇਸ਼ ਨੇ ਦੱਸਿਆ ਕਿ ਸੁਸ਼ਾਂਤ ਦੇ ਸਟਾਫ ਵਿੱਚ ਇੱਕ ਰਿਸ਼ੀਕੇਸ਼ ਪਵਾਰ ਨਾਂ ਦਾ ਸ਼ਖਸ ਸੀ ਅਤੇ ਉਹੀ ਅਦਾਕਾਰ ਲਈ ਨਸ਼ਾ ਕਰਨ ਵਾਲੀਆਂ ਚੀਜ਼ਾਂ ਲੈ ਕੇ ਆਉਂਦਾ ਸੀ। ਅਭਿਨੇਤਾ ਤੇ ਕਮੇਡੀਅਨ ਬਲਰਾਜ ਸਿਆਲ ਖਤਰੋਂ ਕੇ ਖਿਲਾੜੀ ਅਤੇ ਮੁਝਸੇ ਸ਼ਾਦੀ ਕਰੋਗੇ ਵਰਗੇ ਰਿਐਲਿਟੀ ਸ਼ੋਅ ਦੇ ਵਿੱਚ ਨਜ਼ਰ ਆ ਚੁੱਕੇ ਨੇ। ਹੁਣ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਬਲਰਾਜ ਦਾ ਵਿਆਹ 7 ਅਗਸਤ ਨੂੰ ਜਲੰਧਰ ਦੇ ਵਿੱਚ ਹੋਇਆ। ਬਲਰਾਜ ਨੇ ਦੀਪਤੀ ਤੁਲੀ ਨਾਲ ਵਿਆਹ ਕਰਵਾਇਆ ਜੋ ਪੇਸ਼ੇ ਵਜੋਂ ਗਾਇਕ ਹੈ। ਬਲਰਾਜ ਨੇ ਦੱਸਿਆ ਕਿ ਉਹ ਦੀਪਤੀ ਨੂੰ ਜੁਲਾਈ 2019 ਵਿੱਚ ਸ਼ੋਅ ਦੌਰਾਨ ਚੰਡੀਗੜ੍ਹ 'ਚ ਮਿਲਿਆ ਸੀ। ਉਹ ਇੱਕ ਸ਼ੋਅ ਹੋਸਟ ਕਰ ਰਿਹਾ ਸੀ ਕਿ ਦੀਪਤੀ ਉਸ ਸ਼ੋਅ ਦੇ ਵਿੱਚ ਬੈਂਡ ਦੇ ਨਾਲ ਪਰਫਾਰਮ ਕਰ ਰਹੀ ਸੀ। ਬਲਰਾਜ ਨੇ ਦੀਪਤੀ ਨੂੰ ਪਹਿਲੀ ਨਜ਼ਰ ਵਿੱਚ ਹੀ ਪਸੰਦ ਕਰ ਲਿਆ ਸੀ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਵਿਚਾਲੇ ਚੱਲ ਰਹੇ ਵਿਵਾਦ ਦੌਰਾਨ ਹਿਮਾਚਲ ਸਰਕਾਰ ਨੇ ਐਕਟਰੈਸ ਨੂੰ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ। ਦਰਅਸਲ ਕੰਗਨਾ ਦੀ ਭੈਣ ਨੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਅਪੀਲ ਕੀਤੀ ਸੀ ਕਿ ਕੰਗਨਾ ਨੂੰ ਸੁਰੱਖਿਆ ਦਿੱਤੀ ਜਾਏ, ਜਿਸ ਤੋਂ ਬਾਅਦ ਜੈਰਾਮ ਠਾਕੁਰ ਨੇ ਕਿਹਾ ਕਿ ਹਿਮਾਚਲ ਪੁਲਿਸ ਕੰਗਨਾ ਦੇ ਨਾਲ ਦੁਬਈ ਤੱਕ ਜਾਵੇਗੀ ਅਤੇ ਉਸ ਨੂੰ ਸੁਰੱਖਿਆ ਪ੍ਰਦਾਨ ਕਰੇਗੀ। ਹਾਲ ਹੀ 'ਚ ਅਰਜੁਨ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਤੇ ਦੱਸਿਆ ਕਿ ਉਹਨਾਂ ਨੂੰ ਕੋਰੋਨਾ ਵਾਇਰਸ ਹੋ ਗਿਆ। ਹੁਣ ਰਿਪੋਰਟ ਅਨੁਸਾਰ ਅਰਜੁਨ ਦੀ ਪ੍ਰੇਮਿਕਾ ਅਤੇ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਖਾਨ ਦਾ ਵੀ ਕੋਵਿਡ-19 ਟੈਸਟ ਪੋਜ਼ਿਟਿਵ ਪਾਇਆ ਗਿਆ ਹੈ। ਹਾਲ ਹੀ ਦੇ ਵਿੱਚ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਆਪਣੀ ਸੋਸ਼ਲ ਮੀਡੀਆ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਸ ਦਾ ਕੋਰੋਨਾ ਟੈਸਟ ਪੋਜ਼ਿਟਿਵ ਪਾਇਆ ਗਿਆ ਹੈ। ਹੁਣ ਰੁਕ ਕਰਦੇ ਹਾਂ ਖੇਡ ਦੇ ਮੈਦਾਨ ਵੱਲ। ਕੋਰੋਨਾ ਵਾਇਰਸ ਕਰਕੇ ਇਸ ਸਾਲ ਆਈਪੀਐਲ ਭਾਰਤ ਤੋਂ ਬਾਹਰ ਯੂਏਈ 'ਚ ਖੇਡਿਆ ਜਾਏਗਾ, ਜਿੱਥੇ ਪਹੁੰਚ ਕੇ ਸਾਰੀਆਂ ਟੀਮਾਂ ਨੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਹੈ। ਕੋਰੋਨਾ ਯੁੱਗ ਵਿੱਚ BCCI ਵੱਲੋਂ ਆਈਪੀਐਲ ਲਈ ਹਰ ਕਿਸਮ ਦੀ ਸੁਰੱਖਿਆ ਦੀ ਵਰਤੋਂ ਕੀਤੀ ਜਾ ਰਹੀ ਹੈ। ਹੁਣ ਤੱਕ ਮੁੰਬਈ ਦੀ ਟੀਮ ਸਭ ਤੋਂ ਜ਼ਿਆਦਾ ਵਾਰ ਆਈਪੀਐਲ ਦਾ ਖਿਤਾਬ ਜਿੱਤਣ ਦੇ ਵਿੱਚ ਸਫਲ ਰਹੀ ਹੈ, ਜਦਕਿ CSK ਇਸ ਮਾਮਲੇ ਦੇ ਵਿੱਚ ਦੂਜੇ ਨੰਬਰ ਤੇ ਹੈ। ਮੁੰਬਈ ਨੇ 4 ਵਾਰ ਆਈਪੀਐਲ ਦਾ ਖਿਤਾਬ ਜਿੱਤਿਆ, ਜਦਕਿ CSK ਨੇ 3 ਵਾਰ ਆਈਪੀਐਲ ਜਿੱਤਿਆ। ਓਪਨਰ ਵਿਕਟ ਕੀਪਰ ਜੋਸ ਬਟਲਰ ਦੀ ਅਜੇਤੂ 77 ਦੌੜਾਂ ਦੀ ਤੂਫਾਨੀ ਪਾਰੀ ਦੇ ਦਮ ਤੇ ਇੰਗਲੈਂਡ ਨੇ ਆਸਟ੍ਰੇਲੀਆ ਨੂੰ ਐਤਵਾਰ ਨੂੰ ਦੂਜੇ T20 ਮੁਕਾਬਲੇ 'ਚ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 'ਚ 2-0 ਦੀ बढ़त ਬਣਾ ਲਈ ਹੈ। ਆਸਟ੍ਰੇਲੀਆ ਦੇ ਕਪਤਾਨ ਆਰਨੋਲਡ ਫਿਚ ਨੇ 40 ਦੌੜਾਂ ਦੀ ਪਾਰੀ ਦੀ ਬਦੌਲਤ 20 ਓਵਰਾਂ ਦੇ ਵਿੱਚ 7 ਵਿਕਟਾਂ ਤੇ 157 ਦੌੜਾਂ ਦੀ ਚੁਣੌਤੀਪੂਰਕ ਸਕੋਰ ਬਣਾਇਆ ਹੈ ਤੇ ਬਟਲਰ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਇੰਗਲੈਂਡ ਨੇ 18.5 ਓਵਰਾਂ ਦੇ ਵਿੱਚ ਚੌਥੀ ਵਿਕਟ ਤੇ 158 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਭਾਰਤ ਦੇ 16 ਸਾਲ ਗ੍ਰੈਂਡ ਮਾਸਟਰ ਤੇ ਭਵਿੱਖ ਦੇ ਸਿਤਾਰੇ ਰਹੇ ਕਹੇ ਜਾਣ ਵਾਲੇ ਨਿਹਾਲ ਸਰੀਨ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਤਿਭਾ ਦਾ ਪਰਿਚੈ ਦਿੰਦੇ ਹੋਏ ਬੀਟਰ ਬਲਿਟਸ ਕੱਪ ਸ਼ਤਰੰਜ ਵਿੱਚ ਸਿਰਫ 3 ਮਿੰਟ ਦੇ ਤੇਜ਼ ਗੇਂਦਬਾਜ਼ ਮੁਕਾਬਲੇ ਵਿੱਚ ਜ਼ੋਰਦਾਰ ਖੇਡ ਦਿਖਾਈ ਹੈ। ਹਾਲ ਹੀ ਦੇ ਵਿੱਚ ਮੈਗਨਸ ਕਾਰਲਸ ਟੂਰ ਦੇ ਲਈ ਚੁਣੇ ਜਾਣ ਤੋਂ ਹੁੰਚਕਿਆ ਲਗਾਤਾਰ ਜਿੱਤ ਦਰਜ ਕਰਦਿਆਂ ਹੋਇਆ ਨਿਹਾਲ ਫਾਈਨਲ ਦੇ ਵਿੱਚ ਪਹੁੰਚਣ ਦੇ ਕੰਢੇ ਤੇ ਸੀ ਕਿ ਪਲੇ-ਆਫ ਦੇ ਵਿੱਚ ਉਸ ਨੂੰ ਤਾਕੜ ਅਮਰੀਕਨ ਗ੍ਰੈਂਡ ਮਾਸਟਰ ਸਲੈਮ ਸਿਕੰਦ ਦੇ 4.5 3.5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਨਾਲ ਪੀੜਤ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਗਮਾ ਜੇਤੂ ਪਹਿਲਵਾਨ ਦੀਪਕ ਪੁਨੀਆ ਨੂੰ ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਡਾਕਟਰ ਨੇ ਘਰ ਵਿੱਚ ਹੀ ਇਕਾਂਤਵਾਸ ਰਹਿਣ ਦੀ ਸਲਾਹ ਦਿੱਤੀ ਹੈ। ਦੀਪਕ ਤੋਂ ਇਲਾਵਾ ਨਵੀਨ ਤੇ ਕ੍ਰਿਸ਼ਨਾ ਵੀ ਕੋਰੋਨਾ ਦੇ ਇਨਫੈਕਟਡ ਪਾਏ ਗਏ ਸਨ। ਪੁਰਸ਼ ਪਹਿਲਵਾਨਾਂ ਦਾ ਕੈਂਪ ਹਰਿਆਣਾ ਦੇ ਸੋਨੀਪਤ ਦੇ ਵਿੱਚ 1 ਸਤੰਬਰ ਤੋਂ ਸ਼ੁਰੂ ਹੋਇਆ ਸੀ ਅਤੇ ਇਹ ਤਿੰਨੇ ਪਹਿਲਵਾਨ ਇਸ ਕੈਂਪ ਦੇ ਵਿੱਚ ਸ਼ਾਮਲ ਹੋਏ ਸਨ। ਕੋਰੋਨਾ ਪ੍ਰੋਟੋਕਾਲ ਦੇ ਅਨੁਸਾਰ ਕੈਂਪ ਦੇ ਵਿੱਚ ਪਹੁੰਚੇ ਪਹਿਲਵਾਨਾਂ ਤੇ ਸਪੋਰਟ ਸਟਾਫ ਦਾ ਟੈਸਟ ਕੀਤਾ ਗਿਆ ਸੀ। ਭਾਰਤ ਦਾ ਰੋਹਨ ਬੋਪੰਨਾ ਅਤੇ ਉਸ ਦਾ ਜੋੜੀਦਾਰ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਦੇ ਇਸੇ ਪਹਿਲੇ ਸੈੱਟ ਹਾਰ ਜਾਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਅਗਲੇ ਦੋਵੇਂ ਸੈੱਟ ਜਿੱਤ ਕੇ ਸਾਲ ਦੇ ਆਖਰੀ ਗ੍ਰੈਂਡ ਸਲੈਮ US ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਦੇ ਚੋਟੀ ਦੇ ਸਿੰਗਲ ਖਿਡਾਰੀ ਸੁਮਿਤ ਨਾਗਲ ਅਤੇ ਡਬਲ ਖਿਡਾਰੀ ਦਿਵਿਜ ਸ਼ਰਨ ਨੇ ਹਾਰ ਤੋਂ ਬਾਅਦ ਰੋਹਨ ਬੰਪਾ ਨੇ ਭਾਰਤ ਦੀਆਂ ਉਮੀਦਾਂ ਨੂੰ ਕਾਇਮ ਰੱਖਦਿਆਂ ਹੋਇਆਂ ਅੰਤਿਮ 8 ਦੇ ਵਿੱਚ ਸਥਾਨ ਕਾਇਮ ਕੀਤਾ। फटाफट 100 ਅੱਜ ਬਸ ਇਨਾ ਹੀ। ਮੈਂ ਦਿਓ ਇਜਾਜ਼ਤ। ਧੰਨਵਾਦ।